4 पंजाब पॉलिटिशियंस विजिट डेरा सच्चा सौदा हेडक्वार्टर इन सरसा। क्रिमिनल एक रेपिस्ट कन्विक्टेड, यही नहीं कि भी उहदे ते सिर्फ दोष ने, और इहदे बावजूद किवें इन्हां एंटाई सिख फोर्सिस नूं और इस किस्म के डेरावाद नूं जिहड़ा प्रमोट किया जा रहा है। नतीजा उही होएगा जो RSS और एजेंसियां चाहणगियां। ਉਹਦੇ ਲਈ ਉਹਨਾਂ ਨੂੰ EVM ਮਸ਼ੀਨਾਂ ਦਾ ਇਸਤੇਮਾਲ ਕਰਨਾ ਪਏ, ਮੌਕੇ ਦੇ ਉੱਤੇ ਕਿਹਦੀ ਲੱਤ ਖਿੱਚਣੀ ਹੈ, ਕਿਹਦੀਆਂ ਵੋਟਾਂ ਕਿਹਨੂੰ ਪਵਾਉਣੀਆਂ। ਸਾਡੀਆਂ ਹਮਦਰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਨੇ, ਕਿਉਂਕਿ ਸਿੱਖੀ ਵੈਲਿਊਜ਼ ਲਈ, ਖਾਲਿਸਤਾਨ ਲਈ ਖਲੋਤੀ ਧਿਰ ਹੈ। ਸਰ ਸਿਮਰਨਜੀਤ ਸਿੰਘ ਮਾਨ ਬੇਸ਼ੱਕ ਉਹ ਸਿਸਟਮ ਦੇ ਵਿੱਚ ਰਹਿ ਕੇ ਗੱਲ ਕਰਦੇ ਨੇ, ਲੇਕਿਨ ਉਹਨਾਂ ਨੇ ਝੰਡਾ ਬੁਲੰਦ ਵੀ ਰੱਖਿਆ ਹੋਇਆ। ਬਾਹਰ ਵੀ ਉਹਨਾਂ ਦੀ ਪਾਰਟੀ ਦੇ ਨਾਂ ਦੇ ਉੱਤੇ ਪੋਲੀਟੀਕਲ ਅਸਾਈਲਮ ਕਿੰਨਿਆਂ ਨੂੰ ਲੱਖਾਂ ਲੋਕਾਂ ਨੇ ਲਈ ਹੈ। ਅਸੀਂ ਸਮਝਦੇ ਹਾਂ ਵੀ ਜਿਹੜੇ ਯੋਗ ਉਮੀਦਵਾਰ ਨੇ, ਜਿੱਥੇ ਜਿੱਥੇ ਖੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਉਹਨਾਂ ਦੀ ਹਮਾਇਤ ਹੋਣੀ ਚਾਹੀਦੀ, ਪਰ ਇਸ ਸਿਸਟਮ 'ਚੋਂ ਨਿਕਲਣਾ ਕੁਛ ਨਹੀਂ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਚੋਣਾਂ ਵਿੱਚ ਜਿਹੜਾ ਮਾਹੌਲ ਹੈ ਬਹੁਤ ਹੀ ਗੰਦਲਾ ਅਤੇ ਘਟੀਆ ਹੁੰਦਾ ਜਾ ਰਿਹਾ ਹੈ। ਹਰ ਸਿਆਸੀ ਧਿਰ ਪੰਜਾਬੀਆਂ ਨੂੰ ਮੰਗਤੇ ਸਮਝਦਿਆਂ ਮੁਫਤ ਚੀਜ਼ਾਂ ਦੇਣ ਦਾ ਐਲਾਨ ਕਰ ਰਹੀ ਹੈ। ਇਸ ਦਾ ਭਾਰਤੀ ਸੁਪਰੀਮ ਕੋਰਟ ਨੇ ਵੀ ਨੋਟਿਸ ਲਿਆ ਹੈ। ਸੋ ਕੀ ਗੈਰਤਮੰਦ ਅਤੇ ਅਣਖੀ ਪੰਜਾਬੀ ਕੌਮ ਹੁਣ ਮੁਫਤ ਖੋਰਾਂ ਅਤੇ ਮੰਗਤਿਆਂ ਦੀ ਕੌਮ ਬਣ ਗਈ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਤੁਸੀਂ ਚਿੱਕੜ ਦੇ ਵਿੱਚ ਜਾ ਕੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਚਿੱਕੜ ਕਿੰਨਾ ਕੁ ਖਤਰਨਾਕ ਹੈ, ਤੇ ਤੁਸੀਂ ਵੀ ਉਸ 'ਚ ਲਿਬੜਦੇ ਹੋ, ਨਹੀਂ ਤਾਂ ਛਿੱਟੇ ਤਾਂ ਪੈਂਦਾ ਹੀ ਨੇ ਭਾਵੇਂ ਕਿਸੇ ਲਿਹਾਜ਼ ਨਾਲ ਵੀ। ਸਾਡੀ ਮਜਬੂਰੀ ਵੀ ਹੈ, ਅਸੀਂ ਪੰਜਾਬ ਦੀ ਇਸ ਜਿਹੜੀ ਇਹ ਸਰਕਸ ਚੱਲ ਰਹੀ ਹੈ, ਚੋਣ ਸਰਕਸ, ਇਸ ਦਾ ਜ਼ਿਕਰ ਕਰੀਏ, ਪਰ ਅਸੀਂ ਅਫਸੋਸ ਨਾਲ ਕਰਦੇ ਹਾਂ। ਹਰ ਵਾਰ ਜਦੋਂ ਮੈਂ ਗੱਲ ਕਰਦਾ ਹਾਂ ਤਾਂ ਮੇਰਾ ਦਿਲ ਪੱਛਿਆ ਜਾਂਦਾ, ਕਿਉਂਕਿ ਇੱਕ ਪਾਸੇ ਅਸੀਂ ਅਣਖੀ ਗੈਰਤਮੰਦ ਪੰਜਾਬ, ਉਸ ਦੀ ਉਹ ਕੌਮ ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕਿਹਾ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ। ਹੁਣ ਕਿੱਥੇ ਉਹ ਗੈਰਤ ਔਰ ਅਣਖ? ਔਰ ਹੁਣੇ ਹੀ ਉਸ ਗੈਰਤ ਔਰ ਅਣਖ ਦਾ ਨਤੀਜਾ ਕਿਸਾਨ ਲਹਿਰ, ਉਸ ਵਿਕਟਰੀ ਦੇ ਰੂਪ 'ਚ ਅਸੀਂ ਦੇਖਿਆ। ਲੇਕਿਨ ਇਸੇ ਹੀ ਗੈਰਤ ਔਰ ਅਣਖ ਨੂੰ ਦੁਸ਼ਮਣ ਜਿਹਨੇ ਅੱਡ ਅੱਡ ਰੂਪ ਧਾਰੇ ਹੋਏ ਨੇ, RSS ਦੀਆਂ ਹੀ ਇਹ ਸਾਰੀਆਂ ਜਿਹੜੀਆਂ ਨੇ ਉਹ ਕਲਾਕ੍ਰਿਤੀਆਂ ਨੇ, ਉਹ BJP ਤਾਂ ਹੈ ਹੀ ਉਹਨਾਂ ਦੀ ਮਾਂ ਧੀ ਹੈ, RSS ਸੰਘ ਪਰਿਵਾਰ ਦਾ ਹਿੱਸਾ ਹੈ। ਲਾਲਾ ਕੇਜਰੀਵਾਲ ਲਿਆ ਕੇ ਪੰਜਾਬ ਦੇ ਵਿੱਚ ਇਹਨਾਂ ਨੇ B ਟੀਮ ਖੜਾ ਕੀਤਾ। ਕਾਂਗਰਸ ਦੇ ਉੱਤੇ ਇਸ ਕਿਸਮ ਦਾ ਦਬਾਅ ਬਣਾ ਦਿੱਤਾ ਗਿਆ, ਹਾਲਾਂ ਉਹ ਪਹਿਲਾਂ ਹੀ ਐਂਟੀ ਸਿੱਖ ਉਹਨਾਂ ਦੀ ਲਾਈਨ ਰਹੀ ਹੈ, ਔਰ ਲੇਕਿਨ ਇਸ ਵੇਲੇ ਜੋ ਚੱਲ ਰਿਹਾ ਹੈ ਉਸ ਦੇ ਵਿੱਚ, ਔਰ ਇਹ ਵਿੱਚ ਉਹਨਾਂ ਨੇ ਜਿਹੜੇ ਟਰੋਜਨ ਹੋਰਸ ਖੜੇ ਕੀਤੇ, ਕੈਪਟਨ ਅਮਰਿੰਦਰ ਢੀਂਡਸਾ ਔਰ ਇਹਨਾਂ ਸਾਰਿਆਂ 'ਚ, ਔਰ ਫਿਰ ਇਸ ਜਿਹੜੀ ਇੱਕ ਰੂਰਲ ਸਾਈਕੀ ਹੈ ਜਿਹਦੇ 'ਚ ਇੱਕ ਦੂਜੇ ਨੂੰ ਵੰਗਾਰਨ, ਲਲਕਾਰਨ, ਤੂੰ ਨਿਕਲ ਓਏ, ਤੂੰ ਨਿਕਲ, ਲਲਕਾਰੇ ਮਾਰਨਾ, ਬੱਕਰੇ ਬੁਲਾਉਣਾ। ਹੁਣ ਸਾਰਾ ਸਿਆਸਤ ਦਾ ਲੈਵਲ ਇੱਕ ਪਾਸੇ ਉਸ ਲੈਵਲ 'ਤੇ ਲਿਜਾ ਕੇ ਖੜਾ ਕਰਤਾ। ਖਬਰਾਂ ਹੋਣਗੀਆਂ ਜੀ, ਬਿਕਰਮ ਮਜੀਠੀਆ ਨੇ ਕੀਤਾ ਐਲਾਨ, ਨਵਜੋਤ ਸਿੱਧੂ ਦੇ ਬਰਾਬਰ ਲੜੇਗਾ, 94 ਸਾਲਾ ਪ੍ਰਕਾਸ਼ ਸਿੰਘ ਬਾਦਲ ਉਤਰਿਆ ਲੰਬੀ ਤੋਂ ਉਮੀਦਵਾਰ ਹੋਏਗਾ। ਉਹ ਬੁੜਿਆ ਤੇ ਕੀ ਉਹਨੂੰ ਕਹਿੰਦੇ ਨੇ, ਅੱਜ ਕਹਿ ਰਿਹਾ ਸੀ ਕਿ ਭਾਈ ਕਬਰਾਂ 'ਚ ਲੱਤਾਂ ਨੇ, ਲੇਕਿਨ ਮਤਲਬ ਇਸ, ਪਰ ਇਸ ਸਾਰੇ 'ਚੋਂ ਜਿਹੜਾ ਸਭ ਤੋਂ ਤਰਸਯੋਗ ਜਾਂ ਇਹ ਹਾਲਤ ਬਣੀ ਹੋਈ ਹੈ ਜਿਹਨੂੰ ਫ੍ਰੀ ਬੀਜ਼ ਕਹਿੰਦੇ ਨੇ ਅਮਰੀਕਾ 'ਚ, ਕਿ ਵੀ ਕੋਈ ਆ ਰਿਹਾ, ਕੋਈ ਕਹਿੰਦਾ ਜੀ ਮੈਂ ਜਿਹੜਾ ਉਹ 1000 ਰੁਪਈਆ ਕੇਜਰੀਵਾਲ ਕਹਿੰਦਾ ਘਰ ਬੈਠੀ ਔਰਤਾਂ ਨੂੰ ਦਿਆਂਗਾ, ਉਹ ਨਵਜੋਤ ਸਿੱਧੂ ਮੈਂ 2 ਦਊਂ, ਮੈਂ ਤਾਂ ਸਕੂਟਰੀ ਦਊਂ ਜਿਹੜਾ ਕਾਲਜ 'ਚ, ਮਤਲਬ। ਔਰ ਇਹੀ ਹਾਲ ਉਹੀ ਫ੍ਰੀ ਕਣਕ, ਦਾਲ, ਫਲਾਣੀ ਸਕੀਮ, ਉਹ ਜਿਹੜਾ ਸੂਬਾ ਸਾਰੇ ਭਾਰਤ ਨੂੰ ਖਵਾਉਂਦਾ ਹੈ, ਔਰ ਜਿਨ੍ਹਾਂ ਦੀ ਗੈਰਤ ਔਰ ਅਣਖ ਜ਼ਮਾਨੇ ਨੇ ਦੇਖੀ ਹੈ ਕਿਸ ਹੱਦ ਤੱਕ ਜਾ ਕੇ ਇਹ ਸਾਰਾ ਫ੍ਰੀ ਵੀ, ਔਰ ਇਹ ਵੀ ਅਲਟੀਮੇਟਲੀ ਜੇ ਤੁਸੀਂ ਕਿਸੇ ਨੂੰ ਕਰਮਹੀਣ ਕਰਨਾ ਹੋਏ, ਬੇਸ਼ੱਕ ਅਮਰੀਕਾ ਨੇ ਨੇਟਿਵਸ ਦੇ ਨਾਲ ਇੱਥੇ ਕੀ ਕੀਤਾ, ਨੇਟਿਵ ਅਮਰੀਕਨਸ ਜਾਂ ਦੂਜੇ, ਪਰ ਇੱਕ ਗੱਲ ਬਿਲਕੁਲ ਪੱਕੀ ਹੈ ਕਿ ਜਦੋਂ ਇਹਨਾਂ ਨੇ ਰਿਜ਼ਰਵੇਸ਼ਨਸ ਕ੍ਰੀਏਟ ਕਰ ਦਿੱਤੀਆਂ, ਉਹਨਾਂ ਨੇ ਕਿਹਾ ਜੀ ਇੰਨੇ ਬਿਲੀਅਨ ਅਸੀਂ ਰੱਖਿਆ ਆ ਫਲਾਣੇ ਟਰਾਈਬ ਲਈ, ਫਲਾਣੇ ਕਬੀਲੇ ਲਈ,
ਤੁਹਾਡੀ ਇਹ ਥਾਂ ਹੈ, ਅੱਛਾ ਉਹਨਾਂ ਨੇ ਉਹਨਾਂ ਨੂੰ ਨਿਕੰਮੇ ਬਣਾ ਦਿੱਤਾ। ਕਿੱਥੇ ਉਹੀ ਨੇਟਿਵ ਅਮਰੀਕਨਸ ਜਿਹੜੇ ਨੇ ਉਹ ਇਹਨਾਂ ਦੀਆਂ ਬੰਦੂਕਾਂ ਦਾ ਤੀਰ ਕਮਾਨਾਂ ਨਾਲ ਮੁਕਾਬਲਾ ਕਰਦੇ ਸੀ। ਫਿਰ ਰਿਜ਼ਰਵੇਸ਼ਨ 'ਚ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਇੱਥੇ ਤੁਸੀਂ ਸ਼ਰਾਬ ਔਰ ਦੂਜੇ ਮੁਫਤ, ਤੁਹਾਡੇ ਤੇ ਕੋਈ ਟੈਕਸ ਨਹੀਂ ਕਿਉਂਕਿ ਤੁਹਾਡੀ ਟੈਰੀਟਰੀ ਹੈ। ਤੁਸੀਂ ਅਮਰੀਕਾ 'ਚ ਅੱਜ ਵੀ ਦੇਖੋਗੇ ਕਿੰਨੀਆਂ ਰਿਜ਼ਰਵੇਸ਼ਨ ਨੇ ਉੱਥੇ ਲਿਟੇ ਹੁੰਦੇ ਨੇ ਸ਼ਰਾਬ ਪੀ ਕੇ ਜਾਂ ਦੂਜੇ। ਔਰ ਇਹੀ ਨਹੀਂ, ਜਦੋਂ ਤੁਸੀਂ ਅੱਜ ਅਮਰੀਕਾ 'ਚ ਬਿਜ਼ਨਸਮੈਨਾਂ ਨਾਲ ਗੱਲ ਕਰੋਗੇ ਕਿ ਭਾਈ ਲੇਬਰ ਦੀ ਕਿੰਨੀ ਦਿੱਕਤ ਹੈ, ਜਾਂ ਵੱਡਾ ਕਾਰਨ ਕੋਵਿਡ ਦਾ ਪਹਿਲਾ ਚੱਲਿਆ $3 ਟ੍ਰਿਲੀਅਨ ਟਰੰਪ ਨੇ ਦਿੱਤਾ ਮੁਫਤ ਘਰਾਂ 'ਚ ਬੈਠਿਆ। ਉਹ ਬਾਈਡਨ ਆਇਆ ਕਿਉਂਕਿ ਕੰਪੀਟੀਸ਼ਨ ਉਹਨੇ ਵੀ ਦਿੱਤਾ, ਉਹ ਨਿਕੰਮੇ ਹੋ ਗਏ, ਇੱਥੇ ਕੋਈ ਕੰਮ ਕਰਕੇ ਰਾਜੀ ਨਹੀਂ। ਉਹਨਾਂ ਨੂੰ ਲੱਗਦਾ ਵੀ ਇਹਦੇ ਕੋਲੋਂ ਤਾਂ ਅਸੀਂ ਜਿਹੜਾ ਉਹ ਮौज ਕਰ ਰਹੇ। ਹੁਣ ਇਹ ਹੁੰਦਾ ਵੀ ਇੱਕ ਪਾਸੇ ਤੇ ਪੰਜਾਬ ਦੇ ਹੱਕਾਂ ਦੀ ਗੱਲ, ਪਾਣੀਆਂ ਦਾ ਮੁੱਦਾ, ਪੰਜਾਬ ਦੇ ਨੌਜਵਾਨਾਂ ਦੀ ਐਜੂਕੇਸ਼ਨ ਦਾ ਸਟੈਂਡਰਡ, ਦੂਸਰੇ ਉਹਦੀ ਥਾਂ ਤੇ ਹੋ ਕੀ ਰਿਹਾ ਉਹੀ ਪਾਰਟ। ਹੁਣ ਕਿਉਂਕਿ ਇਹ ਸਾਰੇ ਇਸ ਮੈਚ 'ਚ ਲੱਗੇ ਹੋਏ ਨੇ ਤੇ ਬੀਜੇਪੀ ਨੂੰ ਲੱਗਾ ਕਿ ਵੀ ਅਸੀਂ ਤਾਂ ਜਿਹੜਾ ਸਾਡੇ ਮੋਦੀ ਨੇ ਆ ਕੇ ਵੀ ਉਹਨਾਂ ਵੀ ਉੱਥੇ ਫਿਰੋਜ਼ਪੁਰ 'ਚ ਇੱਦਾਂ ਦਾ ਹੀ ਕੁਝ ਵੰਡਣਾ ਸੀ ਜੋ ਕੁਝ ਉਹ ਯੂਪੀ ਔਰ ਬਿਹਾਰ 'ਚ ਇੱਕ ਤੋਂ ਬਾਅਦ ਇੱਕ ਉਦਘਾਟਨ ਕਰਨ ਤੇ ਲੱਗੇ ਹੋਏ ਨੇ। ਯੂਪੀ 'ਚ ਖਾਸ ਤੌਰ ਤੇ ਜਿੱਥੇ ਚੋਣਾਂ ਨੇ, ਆਹ ਪ੍ਰੋਜੈਕਟ ਇੰਨੇ 100 ਕਰੋੜ, ਇੰਨੇ 100 ਲੱਖ, ਉਹ ਸਾਰਾ ਫ੍ਰੀ ਬੀਜ ਦੇ ਉੱਤੇ ਸਾਰੇ ਨੇਸ਼ਨ ਨੂੰ ਲਾਇਆ ਹੋਇਆ, ਪਰ ਉਹ ਤਾਂ ਗੱਲ ਬਣੀ ਨਹੀਂ। ਹੁਣ ਉਹਨਾਂ ਨੂੰ ਹੋਰ ਕੁਝ ਨਹੀਂ ਸੁਝਿਆ। ਬੀਜੇਪੀ ਦਾ ਇੱਕ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆ ਉਹ ਪਟੀਸ਼ਨ ਪਾਈ, ਬੀਜੇਪੀ ਦਾ ਨੇਤਾ ਅਸ਼ਵਨੀ ਕੁਮਾਰ ਉਪਾਧਿਆਏ, ਔਰ ਉਹਦੇ 'ਚ ਉਹਨੇ ਕਿਹਾ ਵੀ ਦੇਖੋ ਕਿ ਵੀ ਇਹਨਾਂ ਨੇ ਬਾਕੀ ਪਾਰਟੀਆਂ ਨੂੰ ਉਹਨਾਂ ਨੇ ਟਾਰਗੇਟ ਕੀਤਾ ਕਿ ਆਮ ਆਦਮੀ ਪਾਰਟੀ ਨੇ ਇਹ ਕਿਹਾ ਕਿ ਜੀ ਅਸੀਂ ਆਹ ਕਰਾਂਗੇ, ਜਿੰਨੇ ਉਹਨਾਂ ਨੇ ਵਾਅਦੇ ਕੀਤੇ ਨੇ ਉਹਨੂੰ ਪੂਰਾ ਕਰਨ ਲਈ 12,000 ਕਰੋੜ ਰੁਪਏ ਦੀ ਲੋੜ ਹੋਏਗੀ। ਅੱਛਾ, ਜਿਹੜੇ ਅਕਾਲੀ ਦਲ ਬਾਦਲ ਨੇ ਇਕਰਾਰ ਕੀਤੇ ਨੇ ਉਹਦੇ ਲਈ 25,000 ਕਰੋੜ ਦੀ ਲੋੜ ਹੋਏਗੀ। ਕਾਂਗਰਸ ਜੋ ਕਹਿ ਰਹੀ ਹੈ ਦੇਗੀ ਉਹ 30,000 ਕਰੋੜ ਦੀ ਲੋੜ ਹੋਏਗੀ। ਪਰ ਰਾਜ ਦਾ ਜਿਹੜਾ GST ਕਲੈਕਸ਼ਨ ਆ ਉਹ ਤਾਂ ਸਿਰਫ 1400 ਕਰੋੜ ਹੈ। ਔਰ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਇਸ ਪਟੀਸ਼ਨ 'ਚ ਕਿਹਾ ਗਿਆ ਕਿ ਵੀ ਇਹ ਇੰਨਾ ਕਰਜ਼ਾ ਪੰਜਾਬ ਨੇ ਚੁੱਕਿਆ ਹੋਇਆ ਔਰ ਇਹਦੇ ਬਾਵਜੂਦ ਉਹ ਤਨਖਾਹਾਂ ਤੇ ਪੈਨਸ਼ਨਾਂ ਨਹੀਂ ਦੇ ਰਹੀ, ਉਹ ਤੋਹਫੇ ਕਿਵੇਂ ਦੇਗੀ? ਕੋਈ ਸਕੂਟਰੀਆਂ ਦੇ ਰਿਹਾ, ਕੋਈ ਕੰਪਿਊਟਰ ਦੇ ਰਿਹਾ, ਕੋਈ ਹੋਰ ਦੇ ਰਿਹਾ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਹੈ ਜੇ ਇਵੇਂ ਜਿਵੇਂ ਪੰਜਾਬ ਦਾ ਕਰਜ਼ਾ ਵੱਧ ਰਿਹਾ, ਰਾਜ ਦਾ ਬਕਾਇਆ ਕਰਜ਼ਾ 1.82 ਹਜ਼ਾਰ ਕਰੋੜ ਰੁਪਏ ਹੋ ਗਿਆ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਦੇਖੋ, ਹਾਲਾਂ ਇਹ ਵੀ ਡਰਾਮੇਬਾਜ਼ੀ ਹੈ, ਇਹੀ ਕੁਛ ਮੋਦੀ ਨੇ ਕਰਨਾ ਸੀ, ਪਰ ਮੈਨੂੰ ਕੁੱਲ ਮਿਲਾ ਕੇ ਇਹ ਨਜ਼ਰ ਆ ਰਿਹਾ ਕਿ ਭਾਈ ਜੋ ਚੱਲ ਰਿਹਾ, ਇੱਕ ਪਾਸੇ ਇਹ ਪਾਰਟ ਧਾਰਮਿਕ ਤੌਰ ਤੇ ਅਸੀਂ ਦੇਖਦੇ ਹਾਂ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸੀ, ਹੁਣ ਜਿਹਨੂੰ ਉਹ ਕਾਲੀ ਮੰਦਰ ਜਿਹੜਾ ਪਟਿਆਲੇ 'ਚ ਘਟਨਾ ਹੋਈ ਉਹ ਸਾਹਮਣੇ ਆਇਆ ਕਿ ਭਾਈ ਉਹ ਉਸ ਘਰ ਨੂੰ ਬਿਲੋਂਗ ਕਰਦਾ ਹੈ, ਉਹਦੀ ਮਾਂ ਜਿਹੜੀ ਆ ਉਹ ਕਾਲੀ ਮਾਂ ਦੀ ਭਗਤ ਆ, ਉਹਨਾਂ ਦੇ ਘਰ 'ਚ ਮੰਦਰ ਬਣਾਇਆ ਹੋਇਆ ਉਹਨਾਂ ਨੇ। ਔਰ ਉਹਦੇ ਮਾਪਿਓ ਵੀ ਕਹਿ ਰਹੇ ਨੇ ਜੀ ਸਾਨੂੰ ਤਾਂ ਸਮਝ ਨਹੀਂ ਆਈ ਕਿ ਮੁੰਡਾ ਸਾਡਾ ਕਿਵੇਂ ਉੱਥੇ। ਸੋ ਮਤਲਬ ਉਹਨਾਂ ਨੇ ਇੱਕ ਪਾਸੇ ਨਫ਼ਰਤੀ ਪੋਲਰਾਈਜੇਸ਼ਨ ਦੀ ਲਾਈਨ ਸ਼ੁਰੂ ਕੀਤੀ ਹੋਈ ਹੈ, ਦੂਸਰੇ ਪਾਸੇ ਹੁਣ ਅਸੀਂ ਦੇਖਦੇ ਹਾਂ ਜੀ 4 ਪੰਜਾਬ ਪੋਲੀਟੀਸ਼ੀਅਨਸ ਵਿਜ਼ਿਟ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਇਨ ਸਰਸਾ। ਹੁਣ ਬੀਜੇਪੀ ਦਾ MLA ਪੰਜਾਬ ਦਾ ਅਰੁਣ ਨਾਰੰਗ, ਸਰਦੂਲਗੜ੍ਹ ਤੋਂ ਬੀਜੇਪੀ ਦਾ ਕੈਂਡੀਡੇਟ ਜਗਜੀਤ ਸਿੰਘ ਮਿਲਖਾ, ਪੰਜਾਬ ਲੋਕ ਕਾਂਗਰਸ ਪਟਿਆਲਾ ਜਿਹੜਾ ਅਮਰਿੰਦਰ ਦੀ ਪਾਰਟੀ ਉਹਦਾ ਸੰਜੀਵ ਬਿੱਟੂ, ਤੇ ਕਾਂਗਰਸ ਦਾ ਮੌੜ ਤੋਂ ਕੈਂਡੀਡੇਟ ਮੰਗਤ ਰਾਮ ਬਾਂਸਲ, ਔਰ ਨਾਲ ਦੇ ਨਾਲ ਹਰਿਆਣਾ ਅਸੈਂਬਲੀ ਦਾ ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ, ਇਹ ਸੌਦਾ ਸਾਧ ਦੇ ਡੇਰੇ ਸਿਰਸੇ ਪਹੁੰਚੇ ਹੋਏ ਨੇ। ਹੁਣ ਇੱਕ ਕ੍ਰਿਮੀਨਲ, ਇੱਕ ਰੇਪਿਸਟ ਕਨਵਿਕਟਡ, ਇਹੀ ਨਹੀਂ ਕਿ ਵੀ ਉਹਦੇ ਤੇ ਸਿਰਫ ਦੋਸ਼ ਨੇ, ਔਰ ਇਹਦੇ ਬਾਵਜੂਦ ਕਿਵੇਂ ਇਹਨਾਂ ਐਂਟਾਈ ਸਿੱਖ ਫੋਰਸਿਸ ਨੂੰ ਔਰ ਇਸ ਕਿਸਮ ਦੇ ਡੇਰਾਵਾਦ ਨੂੰ ਜਿਹੜਾ ਉਹ ਪ੍ਰਮੋਟ ਕੀਤਾ ਜਾ ਰਿਹਾ। ਸੋ ਇਸ ਸਾਰੇ ਦੇ ਚਲਦੇ ਆ ਜੇ ਅਸੀਂ ਅਫਸੋਸ ਨਾ ਕਰੀਏ ਤੇ ਹੋਰ ਕੀ ਕਰੀਏ। ਹਾਲਾਂ ਸਾਨੂੰ ਸਾਡੇ ਕੁਝ ਵੀਰਾਂ ਵੱਲੋਂ ਪੁੱਛਿਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਜੀ ਤੁਸੀਂ ਕਿਹਨੂੰ ਇੰਡੋਰਸ ਕਰਦੇ ਹੋ, ਜਾਂ ਉੱਥੇ ਲੋਕਾਂ ਦੇ ਕੋਲ ਕੀ ਚੋਇਸ ਜਾਂ ਕੀ ਬਚੀ ਹੈ। ਬੇਸ਼ੱਕ ਇਸ ਮਾਮਲੇ ਦੇ ਵਿੱਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਦੂਸਰੀਆਂ ਦੀ ਆਪਸ ਦੇ ਵਿੱਚ ਵਿਚਾਰ ਚੱਲ ਰਹੀ ਹੈ, ਅਸੀਂ ਇੰਡੋਰਸ ਉਹਨਾਂ ਵੱਲੋਂ ਉਹ ਜਿਹੜੇ ਨੇ ਕਰਨਾ ਚਾਹਣਗੇ। ਪਰ ਮੇਰੇ ਲਈ ਇਹ ਹੁੰਦਾ ਇੰਡੀਵਿਜੂਅਲੀ, ਮੈਂ ਸਮਝਦਾ ਹਾਲਾਂ ਸਾਡੀਆਂ ਹਮਦਰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਨੇ ਕਿਉਂਕਿ ਸਿੱਖੀ ਵੈਲਿਊਜ਼ ਲਈ, ਖਾਲਿਸਤਾਨ ਲਈ ਖਲੋਤੀ ਧਿਰ ਹੈ। ਪਰ ਇਹਦੀ ਫਲਿੱਪ ਸਾਈਡ ਇਹ ਹੈ ਕਿ ਇਹਨਾਂ ਸਾਰਿਆਂ ਨੇ ਮਾਹੌਲ ਇੰਨਾ ਕੁ ਗੰਦਲਾ ਕੀਤਾ ਹੋਇਆ ਹੈ ਕਿ ਇਹ ਇੱਕ ਡਬਲ ਐਜ ਸੌਰਡ ਬਣ ਜਾਂਦੀ ਹੈ, ਕਿਉਂਕਿ ਉਹ ਬਹੁਤ ਟਫ ਜਿਹੜੀ ਪੈਸੇ ਦੀ ਲੜਾਈ ਹੈ, ਇੱਧਰ ਤਾਂ ਸ਼ਰਾਬ ਵੰਡਣੀ ਹੈ, ਦੂਸਰਾ ਪਾਰਟ ਜਿਹੜਾ ਚੱਲ ਰਿਹਾ। ਤੇ ਕੱਲ੍ਹ ਨੂੰ ਜੇ ਤੁਹਾਡੀਆਂ ਬਾਹਰਲੀਆਂ ਧਿਰਾਂ ਜਿਹੜੀਆਂ ਨੇ ਉਹ ਐਂਡੋਰਸ ਖੁੱਲ੍ਹ ਕੇ ਕਰਦੀਆਂ ਨੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ, ਤੇ ਫਿਰ ਇਹ ਹੋਏਗਾ, ਦੇਖ ਲਓ ਜੀ
ਇੰਨੇ % ਵੋਟਾਂ ਲੋਕ ਤਾਂ ਚਾਹੁੰਦੇ ਹੀ ਨਹੀਂ ਜੀ ਖਾਲਿਸਤਾਨ ਤੇ ਅਦਰਵਾਈਜ਼ ਅਸੀਂ ਇਹ ਸਮਝਦੇ ਹਾਂ ਵੀ ਇਹ ਇਸ ਪਾਰਟ ਨੂੰ ਜ਼ਰੂਰ ਅਸੀਂ ਸਮਝਦੇ ਹਾਂ ਵੀ ਜਿਹੜੇ ਯੋਗ ਉਮੀਦਵਾਰ ਨੇ ਜਿੱਥੇ ਜਿੱਥੇ ਖੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹਨਾਂ ਦੀ ਹਮਾਇਤ ਹੋਣੀ ਚਾਹੀਦੀ ਪਰ ਇਸ ਸਿਸਟਮ ਚੋਂ ਨਿਕਲਣਾ ਕੁਝ ਨਹੀਂ ਹੈ ਸਾਡੀ ਪੋਜੀਸ਼ਨ ਇੱਕ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਅਸੀਂ ਇਹ ਸਮਝਦੇ ਹਾਂ ਵੀ ਉੱਥੇ ਲੋਕਾਂ ਨੇ ਰਹਿਣਾ ਉਹਨਾਂ ਨੇ ਵੋਟਾਂ ਵੀ ਪਾਉਣੀਆਂ ਨੇ ਉਹਨਾਂ ਨੇ ਸਰਵਾਈਵ ਵੀ ਕਰਨਾ ਹੈ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਖਾਲਿਸਤਾਨ ਦੀ ਗੱਲ ਸਵਾਏ ਸਰ ਸਿਮਰਨਜੀਤ ਸਿੰਘ ਮਾਨ ਬੇਸ਼ੱਕ ਉਸ ਸਿਸਟਮ ਦੇ ਵਿੱਚ ਰਹਿ ਕੇ ਗੱਲ ਕਰਦੇ ਨੇ ਲੇਕਿਨ ਉਹਨਾਂ ਨੇ ਝੰਡਾ ਬੁਲੰਦ ਵੀ ਰੱਖਿਆ ਹੋਇਆ ਬਾਹਰ ਵੀ ਉਹਨਾਂ ਦੀ ਪਾਰਟੀ ਦੇ ਨਾਂ ਦੇ ਉੱਤੇ ਪੋਲੀਟੀਕਲ ਅਸਾਈਲਮ ਕਿੰਨਿਆਂ ਨੂੰ ਲੱਖਾਂ ਲੋਕਾਂ ਨੇ ਲਈ ਹੈ ਲੇਕਿਨ ਜੋ ਮਾਹੌਲ ਉੱਥੇ ਗੰਦਲਾ ਬਣਾ ਦਿੱਤਾ ਗਿਆ ਹੈ ਇਹਦੇ ਚੋਂ ਉਹੀ ਕੁਛ ਅਲਟੀਮੇਟਲੀ ਉਹਦਾ ਰਿਜ਼ਲਟ ਨਿਕਲੇ ਕਿਉਂਕਿ ਏਜੰਸੀਆਂ ਰਨ ਕਰ ਰਹੀਆਂ ਨਤੀਜਾ ਉਹੀ ਹੋਏਗਾ ਜੋ RSS ਔਰ ਏਜੰਸੀਆਂ ਚਾਹੁਣਗੀਆਂ ਉਹਦੇ ਲਈ ਉਹਨਾਂ ਨੂੰ EVM ਮਸ਼ੀਨਾਂ ਦਾ ਇਸਤੇਮਾਲ ਕਰਨਾ ਪਏ ਮੌਕੇ ਦੇ ਉੱਤੇ ਕਿਹਦੀ ਲੱਤ ਖਿੱਚਣੀ ਹੈ ਕਿਹਦੀਆਂ ਵੋਟਾਂ ਕਿਹਨੂੰ ਪਵਾਉਣੀਆਂ ਕਿਉਂਕਿ ਸਾਰੇ ਹੀ ਸਣੇ ਬੀਜੇਪੀ ਤਾਂ ਉਹਨਾਂ ਦੀ ਧਿਰ ਹੈ ਹੀ ਹੈ ਲੇਕਿਨ ਅਕਾਲੀ ਦਲ ਬਾਦਲ ਵੀ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਧਰਮ ਅਮਰਿੰਦਰ ਢੀਂਡਸਾ ਦਾ ਹੈ ਹੀ ਹੈ ਤੇ ਕਿਤੇ ਨਾ ਕਿਤੇ ਉਹਨਾਂ ਨੇ ਕਾਂਗਰਸ ਨੂੰ ਵੀ ਕਾਬੂ ਕਰ ਲਿਆ ਹੋਇਆ ਸੋ ਲੈ ਦੇ ਕੇ ਜਿੱਧਰ ਤੁਸੀਂ ਦੇਖੋਗੇ ਬਿਟਵੀਨ ਰੌਕ ਐਂਡ ਦਾ ਸੀ ਵਾਲੀ ਸਿਚੁਏਸ਼ਨ ਬਣੀ ਹੋਈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ